ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਲੈਕਚਰ ਦੇ ਵਿੱਚ ਸਵਾਗਤ ਹੈ। ਤਾਂ ਆਪਾਂ ਬੁੱਲੇ ਸ਼ਾਹ ਕਰ ਰਹੇ ਸੀਗੇ। ਬੁੱਲੇ ਸ਼ਾਹ ਦੀਆਂ ਆਪਾਂ 3 ਕਾਫੀਆਂ ਨੇ ਜਿਹੜੀਆਂ ਉਹ ਕੀਤੀਆਂ ਸੀ। ਤਾਂ ਆਪਾਂ ਅੱਜ ਜਿਹੜੀ ਚੌਥੀ ਕਾਫੀ ਹੈ ਉਹ ਕਰ ਲੱਗੇ ਹਾਂ। ਮਾਟੀ ਕੁਦਮ ਕਰੇਂਦੀ ਜਾਰ, ਮਾਟੀ ਕੁਦਮ ਕਰੇਂਦੀ ਜਾਰ, ਵਾਹ ਵਾਹ ਮਾਟੀ ਦੀ ਗੁਲਜ਼ਾਰ। ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ। ਮਾਟੀ ਮਾਟੀ ਨੂੰ ਦੜਾਵੇ, ਮਾਟੀ ਦਾ ਖੜਕਾਰ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਤਾਂ ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ। ਤਾਂ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਨੇ ਜਿਹੜੇ ਉਹ ਮਨੁੱਖੀ ਸਰੀਰ ਅਤੇ ਉਸ ਦੀ ਜਿਹੜੀ ਤਾਕਤ ਹੈ ਅਤੇ ਉਹ ਜਿਹੜੀ ਸੰਸਾਰਿਕ ਪਦਾਰਥਾਂ ਨੂੰ ਮਿੱਟੀ ਦਾ ਪਸਾਰਾ ਦੱਸਦੇ ਹੋਏ ਕਹਿੰਦੇ ਤੈਨੂੰ ਹਉਮੈ ਭਾਵ ਜਿਹੜਾ ਹੰਕਾਰ ਹੈ ਤੇਰੇ ਅੰਦਰ ਉਹ ਤੈਨੂੰ ਤਿਆਗ ਦੇਣਾ ਚਾਹੀਦਾ, ਕਿਉਂਕਿ ਤੇਰਾ ਸਰੀਰ ਹੈ ਜਿਹੜਾ ਉਹ ਮਿੱਟੀ ਹੈ। ਇੱਕ ਦਿਨ ਇਸ ਲਈ ਮਿੱਟੀ ਦੇ ਵਿੱਚ ਖਪਤ ਹੋ ਜਾਣਾ ਹੈ। ਤਾਂ ਇਸ ਤਰ੍ਹਾਂ ਤੈਨੂੰ ਇਹ ਅਹੰਕਾਰ ਹੈ ਜਿਹੜਾ ਇਹ ਹਉਮੈ ਹੈ ਤੈਨੂੰ ਜਿਹੜਾ ਇਹ ਛੱਡ ਦੇਣਾ ਚਾਹੀਦਾ ਹੈ। ਤਾਂ ਬੁੱਲੇ ਸ਼ਾਹ ਕਹਿ ਰਹੇ ਨੇ, ਕਹਿੰਦੇ ਹਰ ਪਾਸੇ ਮਿੱਟੀ ਦਾ ਹੀ ਪਸਾਰਾ ਹੈ, ਮਿੱਟੀ ਹੀ ਨੱਚ ਟੱਪ ਰਹੀ ਹੈ, ਤੈਨੂੰ ਟਪਾ ਰਹੀ ਹੈ। ਅਤੇ ਸਾਡੇ ਆਲੇ ਦੁਆਲੇ ਕਹਿੰਦੇ ਸਾਰੀ ਜਿਹੜੀ ਫੁਲਵਾੜੀ ਹੈ ਉਹ ਮਿੱਟੀ ਦੀ ਹੀ ਬਣੀ ਹੋਈ ਹੈ। ਮਿੱਟੀ ਹੀ ਕਹਿੰਦੇ ਮਿੱਟੀ ਨੂੰ ਘੋੜੇ ਵਾਂਗ ਦੜਾ ਰਹੀ ਹੈ। ਤਾਂ ਕਹਿੰਦੇ ਜਿਸ ਮਿੱਟੀ ਦਾ ਤੂੰ ਹੰਕਾਰ ਕਰ ਰਿਹਾ ਹੈ ਉਹ ਇੱਕ ਨਾ ਇੱਕ ਦਿਨ ਉਸ ਦਾ ਅੰਤ ਹੈ ਜਿਹੜਾ ਉਹ ਹੋ ਜਾਣਾ। ਤਾਂ ਕਹਿੰਦੇ ਤਾਕਤ ਅਤੇ ਹੰਕਾਰ ਵਿੱਚ ਫਸਿਆ ਹੋਇਆ ਜਿਹੜਾ ਮਿੱਟੀ ਦਾ ਮਨੁੱਖ ਹੈ, ਮਨੁੱਖੀ ਸਰੀਰਾਂ ਨੂੰ ਮਾਰਨ ਲਈ ਉਹਨਾਂ ਉੱਪਰ ਮਿੱਟੀ ਦੇ ਹਥਿਆਰਾਂ ਨਾਲ ਹਮਲਾ ਕਰਦਾ ਹੈ। ਕਹਿੰਦੇ ਇਸ ਤਰ੍ਹਾਂ ਸਾਡੀ ਇਹ ਜਿਹੜੀ ਸੰਸਾਰਿਕ ਪਦਾਰਥਾਂ ਦੀ ਮਿੱਟੀ ਹੈ, ਕਹਿੰਦੇ ਉਹ ਹੰਕਾਰ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਫਸ ਜਾਂਦਾ ਹੈ। ਤਾਂ ਕਹਿੰਦੇ ਉਸ ਨੂੰ ਨਹੀਂ ਪਤਾ ਕਿ ਸਾਰਾ ਕੁਝ ਫੋਕਾ ਹੀ ਹੈ, ਉਸਨੇ ਵੀ ਇੱਕ ਦਿਨ ਮਿੱਟੀ ਹੋ ਜਾਣਾ ਹੈ। ਮਾਟੀ ਬਾਗ ਬਗੀਚਾ, ਮਾਟੀ ਮਾਟੀ ਦੀ ਗੁਲਜ਼ਾਰ। ਕਹਿੰਦੇ ਜਿਹੜਾ ਇਹ ਬਾਗ ਬਗੀਚਾ ਫੁੱਲ ਸਾਰੇ ਕੀ ਨੇ, ਮਿੱਟੀ ਹੀ ਨੇ। ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ। ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਉ ਪਸਾਰ। ਬੁੱਲਾ ਇਹ ਵਜ਼ਾਰਤ ਬੁੱਝੇ, ਤਾਂ ਲੈ ਸਿਰੋਂ ਥੀ ਭਾਰ। ਕਹਿੰਦੇ ਇਹ ਸਾਰੇ ਬਾਗ ਬਗੀਚੇ ਨੇ, ਕਹਿੰਦੇ ਇਹ ਸਾਰੇ ਕੀ ਨੇ, ਕਹਿੰਦੇ ਮਿੱਟੀ ਦੇ ਹੀ ਬਣੇ ਹੋਏ ਨੇ। ਅਸਲ ਦੇ ਵਿੱਚ ਕਹਿੰਦੇ ਮਿੱਟੀ ਦਾ ਮਨੁੱਖੀ ਸਰੀਰ ਹੀ ਸ੍ਰਿਸ਼ਟੀ ਵਿੱਚ ਮਿੱਟੀ ਦੀ ਖਿੜੀ ਹੋਈ ਬਹਾਰ ਨੂੰ ਦੇਖਣ ਲਈ ਆਇਆ ਹੈ। ਕਹਿੰਦੇ ਉਹ ਹੱਸ ਖੇਡ ਕੇ ਕੁਝ ਸਮਾਂ ਇੱਥੋਂ ਉਸ ਤੋਂ ਬਾਅਦ ਉਸਨੇ ਚਲਿਆ ਜਾਣਾ ਹੈ। ਕਿਉਂ ਬੁੱਲੇ ਸ਼ਾਹ ਸਾਨੂੰ ਕਹਿ ਰਿਹਾ ਹੈ, ਕਹਿੰਦੇ ਤੁਸੀਂ ਇਹ ਗੱਲਾਂ ਕਿਉਂ ਨਹੀਂ ਸਮਝਦੇ ਕਿ ਸੰਸਾਰਿਕ ਪਦਾਰਥਾਂ ਦਾ ਸਾਰਿਆਂ ਦਾ ਜਿਹੜਾ ਨਾਸ਼ ਹੈ ਉਹ ਇੱਕ ਦਿਨ ਹੋ ਜਾਣਾ ਹੈ। ਤਾਂ ਸਾਨੂੰ ਇਹ ਅਹੰਕਾਰ ਹੈ ਜਿਹੜਾ ਉਹ ਹਉਮੈ ਹੈ ਉਹ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਅਸੀਂ ਸਾਰੇ ਮਿੱਟੀ ਦੇ ਹੀ ਬਣੇ ਹੋਏ ਹਾਂ ਅਤੇ ਇੱਕ ਨਾ ਇੱਕ ਦਿਨ ਅਸੀਂ ਨੇ ਮਿੱਟੀ ਦੇ ਵਿੱਚ ਹੀ ਖਪਤ ਹੋ ਜਾਣਾ ਹੈ। ਤਾਂ ਤੂੰ ਉਸ ਅਸਲੀਅਤ ਨੂੰ ਜਾਣ, ਤੂੰ ਹਉਮੈ ਰਹਿਤ, ਅਹੰਕਾਰ ਤੋਂ ਰਹਿਤ ਆਪਣਾ ਜੀਵਨ ਹੈ ਜਿਹੜਾ ਉਹ ਗੁਜ਼ਾਰ। ਤਾਂ ਅਗਲੀ ਕਾਫੀ ਹੈਗੀ ਹੈ, ਪਾਇਆ ਹੈ ਕੁਛ ਪਾਇਆ ਹੈ, ਮੇਰੇ ਸਤਿਗੁਰ ਅਲਖ ਲਿਖਾਇਆ ਹੈ। कहूँ बैरी पढ़ा, कहूँ वेली हो, कहूँ मजनू हो, कहूँ लेली हो, कहूँ आप गुरै, कहूँ चेली हो, आप का पंथ बताया हो। ਤਾਂ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਨੇ ਜਿਹੜੇ ਉਹ ਗੁਰੂ ਦੇ ਸਿੱਖਿਆ ਦੁਆਰਾ, ਭਾਵ ਜੇ ਸਾਨੂੰ ਗੁਰੂ ਸਿੱਖਿਆ ਦਿੰਦਾ ਹੈ ਤਾਂ ਅਸੀਂ ਆਪਣੇ ਹਉਮੈ ਅਹੰਕਾਰ ਨੂੰ ਤਿਆਗ ਕੇ ਆਪਣੇ ਪ੍ਰਭੂ ਨੂੰ ਜਿਹੜਾ ਪਾਉਣ ਦਾ ਤਰੀਕਾ ਯਤਨ ਹੈ ਜਿਹੜਾ ਉਸ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ। ਤਾਂ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਨੇ, ਕਹਿੰਦੇ ਮੇਰੇ ਸਤਿਗੁਰ ਨੇ, ਮੇਰੇ ਪਰਮਾਤਮਾ ਨੇ, ਕਹਿੰਦੇ ਜਿਸ ਬਾਰੇ ਵੀ ਕੋਈ ਜਾਣਿਆ ਨਹੀਂ ਜਾ ਸਕਦਾ ਤੋਂ ਜਾਣੂ ਕਰਾ ਦਿੱਤਾ ਹੈ। ਮੈਨੂੰ ਮਤਲਬ ਕਿ ਪਰਮਾਤਮਾ ਨੂੰ ਪਾਉਣ ਦਾ ਗਿਆਨ ਹਾਸਲ ਹੋ ਗਿਆ ਹੈ। ਮੇਰੀ ਅਵਸਥਾ ਹੈ ਕਿ ਮੈਨੂੰ ਸੰਸਾਰ ਦਾ ਹਰ ਇੱਕ ਮਨੁੱਖ ਅਤੇ ਵਸਤੂ ਦਾ ਰੂਪ ਹੀ ਦਿਖਾਈ ਦੇਣ ਲੱਗੇ ਨੇ। ਇਸ ਸਥਿਤੀ ਦੇ ਵਿੱਚ ਕਹਿੰਦੇ ਜੇ ਕੋਈ ਮੇਰਾ ਵੈਰੀ ਹੈ ਤਾਂ ਉਹ ਆਪ ਹੀ ਹੈ, ਜੇਕਰ ਕੋਈ ਮੇਰਾ ਵੈਲੀ ਹੈ ਤਾਂ ਉਹ ਆਪ ਹੀ ਹੈ। ਕਹਿੰਦੇ ਮੈਨੂੰ ਕਿਧਰੇ ਮਜਨੂ ਬਣਿਆ ਦਿਸ ਰਿਹਾ, ਕਿਤੇ ਉਸ ਦੀ ਪ੍ਰੇਮਿਕਾ ਲੇਲੀ। ਕਹਿੰਦੇ ਮੈਨੂੰ ਮੇਰਾ ਜਿਹੜਾ ਗੁਰੂ ਰੂਪ ਹੈ ਉਹ ਹਰ ਪਾਸੇ ਦਿਖਾਈ ਦੇ ਰਿਹਾ ਹੈ। ਕਹਿੰਦੇ ਉਸਨੇ ਮੈਨੂੰ ਆਪ ਹੀ ਅਜਿਹੇ ਸਭ ਕਾਸੇ ਦੀ ਜਿਹੜੀ ਸਿੱਖਿਆ ਹੈ ਉਹ ਬਖਸ਼ੀ ਹੈ। ਕਹੂੰ ਮਸਜਿਦ ਕਾ ਵਰਤਾਰਾ ਹੈ, ਕਹੂੰ ਬਣਿਆ ਠਾਕਰ ਦੁਆਰਾ ਹੈ, ਕਹੂੰ ਬੈਰਾਗੀ ਜਟ ਧਾਰਾ ਹੈ, ਕਹੂੰ ਸੇਖ ਨਬੀ ਬਣਾਇਆ ਹੈ। ਤਾਂ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਉਸਨੂੰ ਕਿਤੇ ਤਾਂ ਪਰਮਾਤਮਾ ਮਸਜਿਦ ਦੇ ਵਿੱਚ
ਮਸਜਿਦ ਦਾ ਰੂਪ ਧਾਰਿਆ ਦਿਖਾਈ ਦਿੰਦਾ, ਕਿਤੇ ਉਸ ਨੂੰ ਠਾਕਰ ਦਵਾਰੇ ਦਾ ਰੂਪ ਧਾਰੀ ਦਿਖਾਈ ਦਿੰਦਾ, ਕਿਤੇ ਉਸ ਨੂੰ ਪਰਮਾਤਮਾ ਜਟਾਧਾਰੀ ਵੈਰਾਗੀ ਸਾਧੂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਅਤੇ ਕਿਤੇ ਉਸ ਨੂੰ ਸੇਖ ਬਣ ਕੇ ਦਿਖਾਈ ਦਿੰਦਾ ਹੈ। ਤਾਂ ਇਸ ਤਰ੍ਹਾਂ ਕਹਿੰਦੇ ਉਸ ਦਾ ਪਰਮਾਤਮਾ ਹੈ ਜਿਹੜਾ ਉਹ ਹਿੰਦੂ ਅਤੇ ਮੁਸਲਮਾਨ ਦੋਹਾਂ ਦੇ ਧਰਮ ਅਸਥਾਨਾਂ ਅਤੇ ਭੇਖਾਂ ਵਿੱਚ ਉਸਦੇ ਆਪੇ ਦਾ ਜਿਹੜਾ ਰੂਪ ਹੈ ਉਸ ਨੂੰ ਪਲਟਦਾ ਦਿਖਾਈ ਦੇ ਰਿਹਾ ਹੈ। ਤਾਂ ਅਗਲੀ ਜਿਹੜੀ ਹੈਗੀ ਹੈ, ਕਹੂੰ ਤੁਰਕ ਹੋ ਕਲਮਾ ਪੜ੍ਹਤੇ ਹੋ, ਕਹੂੰ ਭਗਤ ਹਿੰਦੂ ਜਪ ਕਰਤੇ ਹੋ, ਕਹੂੰ ਘੋਰ ਗੁਫਾ ਮੇਂ ਪੜ੍ਹਤੇ ਹੋ, ਕਹੂੰ ਘਰ ਘਰ ਲੜਾਇਆ ਹੈ। ਤਾਂ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਨੇ ਜਿਹੜੇ ਉਹ ਗੁਰੂ ਦੀ ਸਿੱਖਿਆ ਦੁਆਰਾ ਸਿੱਖਿਆ ਪ੍ਰਾਪਤ ਲੈਣ ਤੋਂ ਬਾਅਦ ਅਵਧੈਤਾਵਾਦ ਹੋਣ ਦੇ ਨਾਲ ਕਹਿੰਦੇ ਉਸ ਨੂੰ ਹਰ ਪਾਸੇ ਰੱਬ ਦਿਖਾਈ ਦਿੰਦਾ ਹੈ। ਕਿਧਰੇ ਤੁਸੀਂ ਕਹਿੰਦੇ ਮੁਸਲਮਾਨਾਂ ਦੀ ਜਿਹੜੀ ਕੁਰਾਨ ਹੈ, ਉਹ ਕੁਰਾਨ ਸ਼ਰੀਫ ਜਿਹੜੀ ਉਹਨਾਂ ਦੀ ਧਾਰਮਿਕ ਪੁਸਤਕ ਹੈ, ਕਹਿੰਦੇ ਕਿਤੇ ਉਹ ਪੜ੍ਹਦੇ ਦਿਖਾਈ ਦੇ ਰਹੇ ਹੋ, ਕਿਤੇ ਮੈਨੂੰ ਹਿੰਦੂ ਭਗਤ ਦੇ ਰੂਪ ਵਿੱਚ ਜਾਪ ਕਰਦੇ ਦਿਖਾਈ ਦੇ ਰਹੇ ਹੋ, ਕਹਿੰਦੇ ਕਿਧਰੇ ਤੁਸੀਂ ਡੂੰਘੀ ਹਨੇਰੀ ਗੁਫਾ ਦੇ ਵਿੱਚ ਛਿਪਦੇ ਮੈਨੂੰ ਦਿਖਾਈ ਦੇ ਰਹੇ ਹੋ। ਤਾਂ ਇਸ ਤਰ੍ਹਾਂ ਕਹਿੰਦੇ ਮੈਨੂੰ ਹਰ ਪਾਸੇ ਪਰਮਾਤਮਾ ਦਾ ਰੂਪ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ। ਬੁੱਲਾ ਮੈਂ ਥੀ ਬੇਮੁਹਤਾਜ ਹੁਆ, मुहराज मिलिया मेरा काज हुआ, दर्स पिया का मुझे इलाज हुआ, आप मैं आप समाया है। ਤਾਂ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਕਹਿ ਰਹੇ ਨੇ, ਕਹਿੰਦੇ ਮੈਂ ਸਤਿਗੁਰਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਹਉਮੈ ਤੋਂ ਮੁਕਤ ਹੋ ਗਿਆ, ਮੇਰੇ ਅੰਦਰ ਜਿਹੜਾ ਹੰਕਾਰ ਸੀ ਉਹ ਖਤਮ ਹੋ ਗਿਆ। ਤਾਂ ਕਹਿੰਦੇ ਮੈਨੂੰ ਆਪਣੇ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਸਮਝ ਆ ਗਿਆ। ਮੇਰੇ ਕਹਿੰਦੇ ਸਾਰੇ ਰੋਗਾਂ ਦਾ ਇਲਾਜ ਮੇਰਾ ਪ੍ਰੀਤਮ ਪਿਆਰਾ ਪਰਮਾਤਮਾ ਹੈ। ਤਾਂ ਕਹਿੰਦੇ ਉਹ ਆਪੇ ਮੇਰੇ ਆਪੇ ਵਿੱਚ ਆ ਗਿਆ ਹੈ, ਮੈਨੂੰ ਆਪਣਾ ਆਪਾ ਉਸ ਦਾ ਹੀ ਦਿਖਾਈ ਦੇਣ ਲੱਗਿਆ ਹੈ। ਤਾਂ ਇਸ ਤਰ੍ਹਾਂ ਇਹਨਾਂ ਕਾਫੀਆਂ ਦੇ ਵਿੱਚ ਬੁੱਲੇ ਸ਼ਾਹ ਨੇ ਇਸਲਾਮਿਕ ਪਖੰਡਾਂ ਦੀ ਅਤੇ ਆਪਣੇ ਪ੍ਰਭੂ ਨੂੰ ਪਾਉਣ ਦੇ ਲਈ ਅਤੇ ਮਨੁੱਖਤਾ ਨੂੰ ਜਿਹੜਾ ਹੰਕਾਰ ਹੈ ਉਹ ਛੱਡਣ ਦੀ ਆਦਿ ਸਿੱਖਿਆ ਜਿਹੜੀ ਉਹ ਆਪਣੀਆਂ ਕਾਫੀਆਂ ਦੇ ਵਿੱਚ ਦਿੱਤੀ ਹੈ। ਥੈਂਕ